ਅਮਨੋਨ ਨੂੰ ਉਹਨਾਂ ਨੇ ਮਾਰ ਦਿੱਤਾ, ਮਰਵਾਤਾ। ਅਬਸ਼ਲੋਮ ਨੇ ਅਮਨੋਨ ਨੂੰ ਮਰਵਾਤਾ। ਔਰ ਜਿਸ ਵੇਲੇ ਹੁਣ ਵਾਪਸ ਸੁਨੇਹਾ ਪਹੁੰਚਾ ਤੇ ਉਸ ਸੁਨੇਹੇ ਦੇ ਵਿੱਚ ਇਹ ਕਿਹਾ ਗਿਆ ਕਿ ਤੁਹਾਡਾ ਜਿਹੜਾ ਪੁੱਤਰ ਆ ਅਮਨੋਨ ਨੇ ਤੁਹਾਡੇ ਸਾਰੇ ਪੁੱਤਰ ਮਾਰ ਦਿੱਤੇ। ਉਹ ਜਿਹੜਾ ਪਹਿਲਾ ਸ਼ੌਕ ਸੀਗਾ ਉਹ ਪ੍ਰਭੂ ਨੇ ਦਿਖਾਇਆ ਕਿ ਇਸ ਤਰ੍ਹਾਂ ਹੋ ਸਕਦਾ ਸੀ। ਜੋ ਤੂੰ ਕਿਹਾ ਸੀ ਨਾ, ਜਿੱਦਾਂ ਤੂੰ ਸਜ਼ਾ ਦਿੱਤੀ ਸੀ, ਜੋ ਪੂਰੀ ਗਿਣਤੀ ਨੂੰ ਰੱਖਦਿਆਂ ਹੋਇਆਂ ਮੈਂ ਤੈਨੂੰ ਸਜ਼ਾ ਦਿੰਦਾ, ਤੇ ਇਹ ਹੋ ਸਕਦਾ ਸੀ। ਲੇਕਿਨ ਆਖਰ ਜਿਸਲੇ ਉਹ ਪਹੁੰਚੇ ਤਾਂ ਉਹਨਾਂ ਨੇ ਆ ਕੇ ਦਾਊਦ ਨੂੰ ਦੱਸਿਆ ਕਿ ਹਾਂ, ਸਾਰੇ ਪੁੱਤਰ ਨੇ ਤੁਹਾਡੇ ਮਰੇ, ਸਿਰਫ ਅਮਨੋਨ ਨੂੰ ਉਸਨੇ ਮਾਰਿਆ। ਔਰ ਅਮਨੋਨ ਨੂੰ ਮਾਰ ਕੇ ਉਹ ਆਪਣੇ ਮਾਮਿਆਂ ਦੇ ਦੇਸ਼ ਦੇ ਵਿੱਚ ਫਰਾਰ ਹੋ ਗਿਆ, ਉਹ ਉਧਰ ਨੂੰ ਚਲਾ ਗਿਆ। ਸੋ ਅਸੀਂ ਹੁਣ 14ਵੇਂ ਇੱਥੇ ਅਸੀਂ ਜ਼ਬੂਰ 62 ਦੇਖਾਂਗੇ, ਸਾਮ 62। ਔਰ ਇਹ ਅਸੀਂ 900 ਮਸੀਹ ਦੇ ਆਉਣ ਤੋਂ ਪਹਿਲਾਂ ਅਸੀਂ 998 ਸਾਲ ਤੇ ਪਹੁੰਚ ਚੁੱਕੇ ਹਾਂ। ਹੁਣ ਹਜ਼ਾਰਾਂ ਦੀ ਗਿਣਤੀ ਮੁੱਕ ਗਈ ਆ, 998 ਸਾਲ ਤੇ ਪਹੁੰਚ ਚੁੱਕੇ ਹਾਂ। ਮੈਂ ਪੜ੍ਹ ਦਵਾਂ ਪਾਸਟਰ ਜੀ? ਜੀ ਮੇਰੀ ਭੈਣ, ਮੈਂ ਤੁਹਾਨੂੰ ਦੱਸਦਾ ਇਹਦੀਆਂ ਕਿੰਨੀਆਂ ਆਇਤਾਂ ਪੜ੍ਹਨੀਆਂ। ਜਾਂ ਏਦਾਂ ਕਰਦੇ ਹਾਂ, ਅਸੀਂ ਪਹਿਲਾਂ ਇਸ ਦੀਆਂ ਪਹਿਲਾਂ 17 ਆਇਤਾਂ ਦੇਖਦੇ ਹਾਂ, ਫਿਰ 18 ਤੋਂ 24 ਤੱਕ। ਇਹ ਚੈਪਟਰ ਤੁਸੀਂ ਪੜ੍ਹਨਾ ਸਰ। ਹਾਂਜੀ, ਗੋ ਹੈ। 14ਵਾਂ ਸ਼ੁਰੂ ਕਰਨਾ ਤੁਸੀਂ ਕਹਿੰਦੇ? ਹਾਂਜੀ, 14ਵਾਂ, ਉਸ ਦੀਆਂ ਪਹਿਲੀਆਂ 18 ਆਇਤਾਂ ਪੜ੍ਹਦੇ। ਓਕੇ ਜੀ, ਠੀਕ ਹੈ। ਯੋਆਬ ਦਾ ਅਬਸ਼ਲੋਮ ਦੀ ਵਾਪਸੀ ਲਈ ਪ੍ਰਬੰਧ ਕਰਨਾ। ਸਰੂਆ ਦਾ ਪੁੱਤਰ ਯੋਆਬ ਜਾਣ ਗਿਆ ਸੀ ਕਿ ਰਾਜਾ ਦਾਊਦ ਅਬਸ਼ਲੋਮ ਨੂੰ ਬਹੁਤ ਯਾਦ ਕਰਦਾ ਹੈ। ਤਦ ਯੋਆਬ ਨੇ ਤਕੋਆ ਨਗਰ ਤੋਂ ਇੱਕ ਬਹੁਤ ਚਲਾਕ ਔਰਤ ਸੱਦੀ ਅਤੇ ਉਸਨੇ ਉਸ ਔਰਤ ਨੂੰ ਕਿਹਾ, ਤੂੰ ਇਸ ਤਰ੍ਹਾਂ ਦਾ ਮੂੰਹ ਮੱਥਾ ਬਣਾ ਲੈ ਜਿਸ ਤਰ੍ਹਾਂ ਤੂੰ ਬਹੁਤ ਦਿਨਾਂ ਤੋਂ ਸੋਗ ਕਰ ਰਹੀ ਹੋਵੇਂ। ਤੂੰ ਸੋਗ ਕਰਨ ਵਾਲੇ ਕੱਪੜੇ ਪਾ ਅਤੇ ਆਪਣੇ ਸਿਰ ਦੇ ਵਾਲ ਵੀ ਖਿਲਾਰ ਲੈ ਜਿਸ ਤਰ੍ਹਾਂ ਬਹੁਤ ਦਿਨਾਂ ਤੋਂ ਵਾਏ ਨਾ ਗਏ ਹੋਣ। ਸੋ ਤੂੰ ਇਸ ਤਰ੍ਹਾਂ ਦਾ ਸਾਂਗ ਰਚਾ ਕੇ ਰਾਜਾ ਕੋਲ ਜਾ ਅਤੇ ਮੇਰੇ ਦੱਸੇ ਅਨੁਸਾਰ ਉਸਨੂੰ ਕਹਿ। ਫਿਰ ਯੋਆਬ ਨੇ ਉਸ ਔਰਤ ਨੂੰ ਸਭ ਕੁਝ ਸਮਝਾਇਆ ਜੋ ਉਹ ਰਾਜੇ ਨੂੰ ਕਹਿਣਾ ਚਾਹੁੰਦਾ ਸੀ। ਤਦ ਉਹ ਤਕੋਆ ਨਿਵਾਸੀ ਔਰਤ ਰਾਜਾ ਕੋਲ ਗਈ ਅਤੇ ਉਸਦੇ ਚਰਨੀ ਡਿੱਗ ਕੇ ਬੋਲੀ, ਮਹਾਰਾਜ ਮੇਰੀ ਮਦਦ ਕਰੋ। ਦਾਊਦ ਰਾਜਾ ਨੇ ਉਸ ਔਰਤ ਤੋਂ ਪੁੱਛਿਆ, ਤੂੰ ਕੀ ਚਾਹੁੰਦੀ ਹੈ? ਉਸ ਔਰਤ ਨੇ ਉੱਤਰ ਦਿੱਤਾ, ਮਹਾਰਾਜ ਮੈਂ ਇੱਕ ਵਿਧਵਾ ਹਾਂ ਅਤੇ ਮੇਰਾ ਪਤੀ ਮਰ ਚੁੱਕਾ ਹੈ, ਪਰ ਮੇਰੇ 2 ਪੁੱਤਰ ਸਨ। ਇੱਕ ਦਿਨ ਉਹ ਦੋਵੇਂ ਖੇਤ ਵਿੱਚ ਲੜ ਪਏ ਅਤੇ ਉੱਥੇ ਉਹਨਾਂ ਨੂੰ ਲੜਾਈ ਤੋਂ ਮਨਾ ਕਰਨ ਵਾਲਾ ਕੋਈ ਨਹੀਂ ਸੀ। ਇਸ ਤਰ੍ਹਾਂ ਮੇਰੇ ਇੱਕ ਪੁੱਤਰ ਨੇ ਦੂਜੇ ਨੂੰ ਕਤਲ ਕਰ ਦਿੱਤਾ। ਹੁਣ ਮਹਾਰਾਜ ਮੇਰੇ ਸਾਕ ਸੰਬੰਧੀ ਮੇਰੇ ਵਿਰੁੱਧ ਹੋ ਗਏ ਹਨ ਅਤੇ ਮੈਨੂੰ ਕਹਿੰਦੇ ਹਨ, ਤੂੰ ਆਪਣੇ ਪੁੱਤਰ ਦੇ ਕਾਤਲ ਨੂੰ ਸਾਨੂੰ ਸੌਂਪ ਦੇ ਕਿ ਅਸੀਂ ਉਸ ਨੂੰ ਮਾਰ ਕੇ ਉਸ ਤੋਂ ਕਤਲ ਦਾ ਬਦਲਾ ਲਈਏ। ਜੇਕਰ ਉਹਨਾਂ ਇਸ ਤਰ੍ਹਾਂ ਕਰ ਦਿੱਤਾ ਤਾਂ ਉਹ ਮੇਰੇ ਘਰ ਦਾ ਅੰਤਮ ਜਗ ਦਾ ਦੀਵਾ ਵੀ ਬੁਝਾ ਦੇਣਗੇ ਅਤੇ ਉਹ ਮੇਰੇ ਪਤੀ ਦੇ ਨਾਂ ਨੂੰ ਇਸ ਧਰਤੀ ਤੋਂ ਖਤਮ ਕਰ ਦੇਣਗੇ। ਰਾਜਾ ਨੇ ਉਸ ਔਰਤ ਨੂੰ ਉੱਤਰ ਦਿੱਤਾ, ਤੂੰ ਆਪਣੇ ਘਰ ਜਾ, ਮੈਂ ਤੇਰੇ ਇਸ ਮਾਮਲੇ ਸੰਬੰਧੀ ਛੇਤੀ ਹੀ ਫੈਸਲਾ ਦੇਵਾਂਗਾ। ਉਸ ਔਰਤ ਨੇ ਰਾਜਾ ਨੂੰ ਕਿਹਾ, ਮਹਾਰਾਜਾ ਇਸ ਦਾ ਦੋਸ਼ ਮੇਰੇ ਸਿਰ ਅਤੇ ਮੇਰੇ ਟੱਬਰ ਉੱਤੇ ਹੋਵੇ। ਰਾਜਾ ਦਾ ਟੱਬਰ ਬਿਲਕੁਲ ਨਿਰਦੋਸ਼ ਠਹਿਰੇਗਾ। ਸੋ ਰਾਜਾ ਨੇ ਉਸ ਨੂੰ ਕਿਹਾ, ਜੇਕਰ ਅੱਗੇ ਤੋਂ ਕੋਈ ਮਨੁੱਖ ਤੈਨੂੰ ਕੁਝ ਕਹੇ ਤਾਂ ਉਸ ਨੂੰ ਮੇਰੇ ਕੋਲ ਲੈ ਆ, ਤਾਂ ਉਹ ਫਿਰ ਕਦੇ ਤੈਨੂੰ ਤੰਗ ਨਹੀਂ ਕਰੇਗਾ। ਤਦ ਉਸ ਔਰਤ ਨੇ ਰਾਜਾ ਅੱਗੇ ਬੇਨਤੀ ਕੀਤੀ, ਮਹਾਰਾਜ ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਉਹ ਇਸ ਅਣਹੋਣੀ ਨੂੰ ਹੋਣ ਤੋਂ ਰੋਕੇ ਕਿ ਮੇਰੇ ਸਾਕ ਸੰਬੰਧੀ ਮੇਰੇ ਪੁੱਤਰ ਦੀ ਮੌਤ ਦਾ ਬਦਲਾ ਲੈ ਕੇ ਪਹਿਲੇ ਤੋਂ ਵੱਡਾ ਪਾਪ ਨਾ ਕਰਨ। ਰਾਜਾ ਦਾਊਦ ਨੇ ਕਿਹਾ, ਜਿਉਂਦੇ ਪਰਮੇਸ਼ਰ ਦੀ ਸਹੁੰ, ਤੇਰੇ ਪੁੱਤਰ ਦਾ ਇੱਕ ਵਾਲ ਤੱਕ ਵੀ ਵਿੰਗਾ ਨਹੀਂ ਹੋਵੇਗਾ। ਤਦ ਉਸ ਔਰਤ ਨੇ ਕਿਹਾ, ਮਹਾਰਾਜ ਮੈਨੂੰ ਮਾਫ ਕਰੋ, ਮੈਂ ਇੱਕ ਬੇਨਤੀ ਆਪਣੇ ਸੁਆਮੀ ਸਾਹਮਣੇ ਰੱਖਣਾ ਚਾਹੁੰਦੀ ਹਾਂ। ਰਾਜਾ ਨੇ ਕਿਹਾ, ਤੂੰ ਰੱਖ ਸਕਦੀ ਹੈ।
ਉਸ ਔਰਤ ਨੇ ਕਿਹਾ, ਮਹਾਰਾਜ, ਤੁਸੀਂ ਆਪ ਹੀ ਪਰਮੇਸ਼ਰ ਦੇ ਲੋਕਾਂ ਦੇ ਵਿਰੁੱਧ ਇਹ ਪਾਪ ਕਿਉਂ ਕੀਤਾ ਹੈ? ਤੁਸੀਂ ਆਪਣੇ ਪੁੱਤਰ ਨੂੰ ਪ੍ਰਵਾਸ ਤੋਂ ਵਾਪਸ ਨਹੀਂ ਆਉਣ ਦਿੱਤਾ। ਤੁਸੀਂ ਆਪਣੇ ਹੀ ਕੀਤੇ ਫੈਸਲੇ ਦੁਆਰਾ ਇਸ ਸਮੇਂ ਆਪ ਹੀ ਦੋਸ਼ੀ ਠਹਿਰੇ ਹੋ। ਅਸੀਂ ਸਭ ਨੇ ਇੱਕ ਦਿਨ ਮਰਨਾ ਹੈ। ਅਸੀਂ ਆਖਰ ਜ਼ਮੀਨ ਉੱਤੇ ਪਾਏ ਪਾਣੀ ਦੇ ਬੁਲਬੁਲਿਆਂ ਦੇ ਵਾਂਗ ਹੀ ਤਾਂ ਹਾਂ, ਜੋ ਕੁਝ ਹੀ ਚਿਰ ਦੇ ਮਹਿਮਾਨ ਹੁੰਦੇ ਹਨ। ਹਾਂ, ਪਰਮੇਸ਼ਰ ਕਿਸੇ ਦੀ ਆਪ ਜਾਣ ਨਹੀਂ ਲੈਂਦਾ, ਪਰ ਉਸ ਦੇ ਲਈ ਕੋਈ ਬਹਾਨਾ ਕਰਦਾ ਹੈ। ਫਿਰ ਕੀ ਰਾਜਾ ਕੋਈ ਢੰਗ ਨਹੀਂ ਸੋਚ ਸਕਦਾ, ਜਿਸ ਦੁਆਰਾ ਪ੍ਰਵਾਸ ਵਿੱਚ ਗਿਆ ਇੱਕ ਆਦਮੀ ਵਾਪਸ ਘਰ ਆ ਸਕੇ? ਮਹਾਰਾਜ, ਮੇਰਾ ਤੁਹਾਡੇ ਕੋਲ ਆਉਣ ਦਾ ਇਹ ਕਾਰਨ ਹੈ ਕਿ ਲੋਕ ਮੈਨੂੰ ਡਰਾ ਰਹੇ ਸਨ, ਅਤੇ ਅੰਤ ਮੈਂ ਸੋਚਿਆ ਮੈਂ ਆਪ ਜਾ ਕੇ ਤੁਹਾਡੇ ਅੱਗੇ ਬੇਨਤੀ ਕਰਾਂਗੀ ਅਤੇ ਤੁਸੀਂ ਮੇਰੀ ਸੁਣੋਗੇ। ਮੇਰਾ ਵਿਸ਼ਵਾਸ ਸੀ ਕਿ ਮਹਾਰਾਜ, ਤੁਸੀਂ ਮੇਰੇ ਪੁੱਤਰ ਦਾ ਅਤੇ ਮੇਰੇ ਉਹਨਾਂ ਲੋਕਾਂ ਤੋਂ ਬਚਾਅ ਕਰੋਗੇ ਜੋ ਸਾਨੂੰ ਮਾਰ ਕੇ ਸਾਡਾ ਨਾਂ ਪਤਾ ਪਰਮੇਸ਼ਰ ਤੋਂ ਆਪਣੇ ਲੋਕਾਂ ਨੂੰ ਮਿਲੀ ਇਸ ਧਰਤੀ ਤੋਂ ਖਤਮ ਕਰਨਾ ਚਾਹੁੰਦੇ ਹਨ। ਮੈਂ ਸੋਚਿਆ ਸੀ ਕਿ ਮਹਾਰਾਜ ਦਾ ਵਚਨ ਮੈਨੂੰ ਸ਼ਾਂਤੀ ਦੇਵੇਗਾ, ਕਿਉਂਕਿ ਤੁਸੀਂ ਸਵਰਗਦੂਤ ਦੇ ਵਰਗੇ ਹੋ ਅਤੇ ਬੁਰੇ ਭਲੇ ਵਿੱਚ ਫਰਕ ਕਰ ਸਕਦੇ ਹੋ। ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਨੂੰ ਅਸੀਸ ਦੇ। ਆਮੀਨ। ਹੁਣ ਇੱਥੇ ਅਸੀਂ ਦੇਖਦੇ ਪਏ ਹਾਂ ਕਿ ਇਹ ਜਿਹੜਾ ਯੋਆਬ ਆ, ਉਸਦਾ ਸੈਨਾਪਤੀ, ਉਸਨੇ ਅੱਗੇ ਆਉਣ ਵਾਲੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਉਸਨੂੰ ਪਤਾ ਹੈਗਾ ਕਿ ਅਬਸ਼ਲੋਮ ਦੂਜੇ ਨੰਬਰ ਤੇ, ਜਿਹੜੀ ਰਾਜਗੱਦੀ ਮਿਲਣੀ ਉਹ ਅਬਸ਼ਲੋਮ ਨੂੰ ਮਿਲਣੀ। ਉਸਨੂੰ ਪਤਾ ਆ ਕਿ ਦਾਊਦ ਅਬਸ਼ਲੋਮ ਨੂੰ ਬਹੁਤ ਪਿਆਰ ਕਰਦਾ, ਔਰ ਉਸਨੂੰ ਇਸ ਚੀਜ਼ ਦਾ ਵੀ ਪਤਾ ਆ ਕਿ ਇਹ ਸਮਾਂ ਆ ਕਿ ਅਬਸ਼ਲੋਮ ਦੇ ਨਾਲ ਆਪਣਾ ਰਿਸ਼ਤਾ ਠੀਕ ਕਰਨ ਦਾ। ਅਗਰ ਮੇਰਾ ਰਿਸ਼ਤਾ ਅਬਸ਼ਲੋਮ ਦੇ ਨਾਲ ਠੀਕ ਹੋ ਗਿਆ ਤੇ ਮੇਰੇ ਖਾਨਦਾਨ ਦੀਆਂ ਆਉਣ ਵਾਲੇ ਜਿਹੜੇ ਮੇਰੇ ਬੱਚੇ ਆ, ਮੇਰਾ ਪੁੱਤਰ ਉਹਦਾ ਸੈਨਾਪਤੀ ਹੋਏਗਾ। ਸੋ ਇਹ ਦਰਵਾਜ਼ਾ ਜਿੱਦਾਂ ਹੀ ਖੁੱਲਾ ਹੈਗਾ ਤੇ ਅਸੀਂ ਦੇਖਦੇ ਪਏ ਕਿੱਦਾਂ ਬਾਹਰਲੇ ਲੋਕ ਵੀ ਉਹਦੇ ਵਿੱਚ ਅੰਦਰ ਆਉਣ ਲੱਗ ਪਏ। ਕਿੰਨੀ ਦੇਰ ਤੱਕ ਅਬਸ਼ਲੋਮ ਨੇ ਉੱਥੇ ਰਹਿ ਲੈਣਾ ਸੀਗਾ? ਅਖੀਰ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਾ ਨੇ ਉਸਨੂੰ ਬੁਲਾ ਹੀ ਲੈਣਾ ਸੀਗਾ, ਕੋਈ ਨਾ ਕੋਈ ਢੰਗ ਉਸਨੇ ਕੱਢ ਹੀ ਲੈਣਾ ਸੀ ਦਾਊਦ ਨੇ। ਲੇਕਿਨ ਉਸਨੇ ਬੜੀ ਭਾਰੀ ਚਾਲ ਚੱਲੀ, ਜਿਸ ਦੇ ਵਿੱਚ ਉਸਨੇ ਇਹ ਦਿਖਾ ਕੇ ਕਿ ਮੈਂ ਰਾਜਾ ਦਾ ਵੀ ਸੇਵਕ ਹਾਂ, ਪਰ ਉਸਦੇ ਨਾਲ ਨਾਲ ਉਸਨੇ ਅਬਸ਼ਲੋਮ ਨੂੰ ਵੀ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਲਈ ਇਹ ਤਰੀਕਾ ਇੱਕ ਬਣਾ ਲਿਆ। ਸੋ ਔਰਤ ਕੱਲੀ ਉਸਨੇ ਜਾ ਕੇ ਕਹਾਣੀ ਘੜੀ ਤੇ ਮੇਰਾ ਇੱਕੋ ਹੀ ਪੁੱਤਰ ਰਹਿ ਗਿਆ, ਉਸਨੂੰ ਮਾਰਨਾ ਚਾਹੁੰਦੇ, ਜੇ ਉਸਨੂੰ ਮਾਰ ਦਿੱਤਾ ਤਾਂ ਸਾਡਾ ਦੀਵਾ ਬੁੱਝ ਜਾਣਾ, ਸਾਡਾ ਨਾਮ ਨਿਸ਼ਾਨ ਮੁੱਕ ਜਾਣਾ। ਸੋ ਦਾਊਦ ਨੇ ਕਿਹਾ ਕਿ ਠੀਕ ਆ, ਕਿ ਪ੍ਰਭੂ ਇਹ ਨਹੀਂ ਚਾਹੁੰਦਾ, ਤੂੰ ਉਹਨਾਂ ਨੂੰ ਜਾ ਕੇ ਕਹਿ ਦੇ ਕਿ ਜਿਹੜਾ ਵੀ ਤੈਨੂੰ ਕਵੇ ਉਸਨੂੰ ਕਹੋ ਕਿ ਰਾਜਾ ਦਾਊਦ ਕੋਲ ਚੱਲ ਜਾ। ਉਸਨੇ ਕਿਹਾ ਕਿ ਤੁਸੀਂ ਮੈਨੂੰ ਤਾਂ ਇਹ ਕਹਿ ਦਿੱਤਾ, ਤੇ ਹੁਣ ਆਪਣੇ ਪੁੱਤਰ ਬਾਰੇ ਕੀ ਕਰੋਗੇ, ਜਿਸਨੂੰ ਜਿਹੜਾ ਫਰਾਰ ਹੋ ਚੁੱਕਾ, ਜਿਹੜਾ ਅਸੇਰ ਦੇਸ਼ ਦੇ ਵਿੱਚ ਜਾ ਕੇ ਰਹਿ ਰਿਹਾ, ਕਿਉਂਕਿ ਮਾਂ ਉਸਦੀ ਅਸੇਰ ਦੇਸ਼ ਦੀ ਸੀ। ਤੁਸੀਂ ਉਸਨੂੰ ਵੀ ਮਾਫ ਕਰੋ ਤੇ ਆਪਣੇ ਕੋਲ ਬਣਾਓ। ਔਰ ਦਾਊਦ ਨੇ ਜਿਸ ਲਈ ਉਹ ਸਾਰੀਆਂ ਚੀਜ਼ਾਂ ਸੁਣੀਆਂ, ਉਸਨੂੰ ਪਤਾ ਲੱਗ ਗਿਆ ਕਿ ਕਿਹਨੇ ਇਹ ਕੰਮ ਕੀਤਾ। ਹੁਣ 18 ਤੋਂ ਲੈ ਕੇ ਆਪਾਂ ਇਸ ਨੂੰ 24 ਤੱਕ ਦੇਖਦੇ ਹਾਂ। ਤਦ ਰਾਜਾ ਦਾਊਦ ਨੇ ਉਸ ਔਰਤ ਨੂੰ ਕਿਹਾ, ਮੈਂ ਤੇਰੇ ਤੋਂ ਇੱਕ ਪ੍ਰਸ਼ਨ ਪੁੱਛ ਰਿਹਾ ਹਾਂ ਅਤੇ ਤੂੰ ਮੈਨੂੰ ਉਸ ਦਾ ਠੀਕ ਠਾਕ ਉੱਤਰ ਦੇਣਾ। ਉਸ ਔਰਤ ਨੇ ਉੱਤਰ ਦਿੱਤਾ, ਮਹਾਰਾਜ ਪੁੱਛੋ। ਰਾਜਾ ਨੇ ਪੁੱਛਿਆ ਕਿ ਇਸ ਸਭ ਦੇ ਪਿੱਛੇ ਅਰਥਾਤ ਤੇਰੇ ਮੇਰੇ ਕੋਲ ਆਉਣ ਦੇ ਪਿੱਛੋਂ ਯੋਆਬ ਦਾ ਹੱਥ ਹੈ? ਉਸ ਔਰਤ ਨੇ ਉੱਤਰ ਦਿੱਤਾ, ਮਹਾਰਾਜ, ਮੈਂ ਤੁਹਾਡੇ ਪ੍ਰਸ਼ਨ ਦੇ ਉੱਤਰ ਤੋਂ ਕਿਸੇ ਵੀ ਤਰ੍ਹਾਂ ਇਨਕਾਰ ਨਹੀਂ ਕਰ ਸਕਦੀ, ਕਿਉਂਕਿ ਤੁਸੀਂ ਸਭ ਕੁਝ ਜਾਣਦੇ ਹੋ। ਹਾਂ, ਸੱਚਮੁੱਚ ਇਹ ਤੁਹਾਡਾ ਅਧਿਕਾਰੀ ਯੋਆਬ ਹੀ ਸੀ ਜਿਸ ਨੇ ਇਹ ਸਭ ਸ਼ਬਦ ਮੇਰੇ ਮੂੰਹ ਵਿੱਚ ਪਾਏ ਅਤੇ ਮੈਨੂੰ ਤੁਹਾਡੇ ਕੋਲ ਘੱਲਿਆ। ਪਰ ਤੁਹਾਡੇ ਅਧਿਕਾਰੀ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਇਸ ਸਾਰੇ ਮਾਮਲੇ ਨੂੰ ਠੀਕ ਕਰਨਾ ਚਾਹੁੰਦਾ ਹੈ। ਪਰ ਮਹਾਰਾਜ, ਤੁਸੀਂ ਤਾਂ ਆਪ ਪਰਮੇਸ਼ਰ ਦੇ ਸਵਰਗਦੂਤ ਦੀ ਤਰ੍ਹਾਂ ਸਭ ਚੀਜ਼ਾਂ ਦਾ ਗਿਆਨ ਰੱਖਦੇ ਹੋ। ਸੋ ਰਾਜਾ ਨੇ ਯੋਆਬ ਨੂੰ ਕਿਹਾ, ਮੈਂ ਤੇਰਾ ਕਿਹਾ ਮੰਨ ਲਿਆ ਹੈ ਅਤੇ ਹੁਣ ਤੂੰ ਜਾ ਕੇ ਨੌਜਵਾਨ ਅਬਸ਼ਲੋਮ ਨੂੰ ਇੱਥੇ ਲੈ ਆ।
ਤਦ ਯੋਆਬ ਨੇ ਧਰਤੀ ਉੱਤੇ ਨਿਉ ਕੇ ਰਾਜਾ ਨੂੰ ਪ੍ਰਣਾਮ ਕੀਤਾ ਤੇ ਕਿਹਾ, ਸੱਚਮੁੱਚ ਅੱਜ ਮੈਂ ਜਾਣ ਗਿਆ ਹਾਂ ਕਿ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਆਪਣੇ ਦਾਸ ਉੱਤੇ ਹੈ, ਕਿਉਂਕਿ ਤੁਸੀਂ ਮੇਰੀ ਬੇਨਤੀ ਮੰਨ ਲਈ ਹੈ। ਸੋ ਯੋਆਬ ਉੱਠ ਕੇ ਗਸ਼ੂਰ ਨੂੰ ਗਿਆ ਅਤੇ ਉੱਥੋਂ ਅਬਸ਼ਾਲੋਮ ਨੂੰ ਲੈ ਕੇ ਵਾਪਸ ਯਰੂਸ਼ਲਮ ਵਿੱਚ ਆ ਗਿਆ। ਪਰ ਰਾਜਾ ਨੇ ਆਗਿਆ ਦਿੱਤੀ ਸੀ ਕਿ ਅਬਸ਼ਾਲੋਮ ਆਪਣੇ ਹੀ ਘਰ ਰਹੇ ਅਤੇ ਮੇਰੇ ਸਾਹਮਣੇ ਨਾ ਆਵੇ। ਸੋ ਅਬਸ਼ਾਲੋਮ ਜਾ ਕੇ ਆਪਣੇ ਘਰ ਰਹਿਣ ਲੱਗਾ ਅਤੇ ਰਾਜਾ ਦੇ ਸਾਹਮਣੇ ਨਾ ਗਿਆ। ਅਬਸ਼ਾਲੋਮ ਦਾ ਆਪਣੇ ਪਿਤਾ ਦਾਊਦ ਨਾਲ ਮੇਲ। ਸਾਰੇ ਇਜ਼ਰਾਈਲ ਵਿੱਚ ਅਬਸ਼ਾਲੋਮ ਜਿੰਨਾ ਸੋਹਣਾ ਜਵਾਨ ਕੋਈ ਦੂਜਾ ਨਹੀਂ ਸੀ। ਅਬਸ਼ਾਲੋਮ ਵਿੱਚ ਪੈਰਾਂ ਤੋਂ ਲੈ ਕੇ ਸਿਰ ਤੱਕ ਕੋਈ ਕਮੀ ਨਹੀਂ ਸੀ। ਉਸਦੇ ਸਿਰ ਦੇ ਵਾਲ ਵੀ ਬਹੁਤ ਘਣੇ ਸਨ। ਉਹ ਸਾਲ ਵਿੱਚ ਇੱਕ ਵਾਰ ਜਦੋਂ ਉਸਦੇ ਵਾਲ ਬਹੁਤ ਵੱਧ ਜਾਂਦੇ ਸਨ ਤਾਂ ਆਪਣੇ ਵਾਲ ਮੰਨਦਾ ਸੀ, ਤਾਂ ਉਸ ਸਮੇਂ ਉਸਦੇ ਵਾਲਾਂ ਦਾ ਭਾਰ ਸ਼ਾਹੀ ਤੋਲ ਅਨੁਸਾਰ 2 ਕਿਲੋ ਤੋਂ ਵੀ ਵੱਧ ਹੁੰਦਾ ਸੀ। ਅਬਸ਼ਾਲੋਮ ਦੇ 3 ਪੁੱਤਰ ਅਤੇ ਇੱਕ ਧੀ ਸੀ, ਜਿਸ ਦਾ ਨਾਂ ਤਮਾਰ ਸੀ, ਜੋ ਬਹੁਤ ਸੁੰਦਰ ਸੀ। ਅਬਸ਼ਾਲੋਮ ਯਰੂਸ਼ਲਮ ਵਿੱਚ ਪੂਰੇ 2 ਸਾਲਾਂ ਤੱਕ ਬਿਨਾਂ ਰਾਜਾ ਦੇ ਦਰਸ਼ਨ ਕੀਤਿਆਂ ਰਿਹਾ। ਅੰਤ ਵਿੱਚ ਅਬਸ਼ਾਲੋਮ ਨੇ ਯੋਆਬ ਨੂੰ ਰਾਜਾ ਕੋਲ ਘੱਲਣ ਲਈ ਸੱਦਿਆ, ਪਰ ਉਹ ਨਾ ਆਇਆ। ਉਸਨੇ ਯੋਆਬ ਨੂੰ ਫਿਰ ਸੱਦਿਆ, ਪਰ ਉਸਨੇ ਦੂਜੀ ਵਾਰ ਵੀ ਇਨਕਾਰ ਕਰ ਦਿੱਤਾ। ਤਦ ਅਬਸ਼ਾਲੋਮ ਨੇ ਆਪਣੇ ਨੌਕਰਾਂ ਨੂੰ ਕਿਹਾ, ਯੋਆਬ ਦੇ ਖੇਤ ਮੇਰੇ ਖੇਤਾਂ ਨਾਲ ਲੱਗਦੇ ਹਨ। ਉੱਥੇ ਇਸ ਵੇਲੇ ਜੌਆਂ ਦੀ ਫਸਲ ਪੱਕ ਰਹੀ ਹੈ। ਤੁਸੀਂ ਜਾ ਕੇ ਉਸ ਨੂੰ ਅੱਗ ਲਾ ਦੇਵੋ। ਉਸਦੇ ਨੌਕਰਾਂ ਨੇ ਜਾ ਕੇ ਇਸੇ ਤਰ੍ਹਾਂ ਕੀਤਾ। ਸੋ ਯੋਆਬ ਤੁਰੰਤ ਅਬਸ਼ਾਲੋਮ ਦੇ ਘਰ ਗਿਆ ਤੇ ਬੋਲਿਆ, ਤੇਰੇ ਨੌਕਰਾਂ ਨੇ ਮੇਰੇ ਖੇਤਾਂ ਵਿੱਚ ਅੱਗ ਕਿਉਂ ਲਾਈ ਹੈ? ਅਬਸ਼ਾਲੋਮ ਨੇ ਉਸ ਨੂੰ ਉੱਤਰ ਦਿੱਤਾ, ਕਿਉਂਕਿ ਮੈਂ 2 ਵਾਰ ਤੇਰੇ ਕੋਲ ਸੱਦਣ ਲਈ ਆਦਮੀ ਘੱਲੇ, ਪਰ ਤੂੰ ਨਾ ਆਇਆ। ਮੈਂ ਤੈਨੂੰ ਰਾਜਾ ਕੋਲ ਸੰਦੇਸ਼ ਦੇ ਕੇ ਘੱਲਣਾ ਚਾਹੁੰਦਾ ਸਾਂ ਕਿ ਤੂੰ ਉਸ ਨੂੰ ਜਾ ਕੇ ਦੱਸੇ, ਮੇਰੇ ਲਈ ਤਾਂ ਗਸ਼ੂਰ ਵਿੱਚ ਵੀ ਰਹਿਣਾ ਚੰਗਾ ਸੀ। ਤੂੰ ਮੈਨੂੰ ਰਾਜਾ ਦੇ ਦਰਸ਼ਨ ਕਰਵਾ। ਜੇਕਰ ਮੇਰਾ ਕੋਈ ਦੋਸ਼ ਹੈ ਤਾਂ ਉਹ ਮੈਨੂੰ ਆਪਣੇ ਹੱਥੀਂ ਕਤਲ ਕਰ ਦੇਵੇ। ਸੋ ਯੋਆਬ ਨੇ ਜਾ ਕੇ ਰਾਜਾ ਦਾਊਦ ਨੂੰ ਉਹ ਸਭ ਕੁਝ ਦੱਸਿਆ ਜੋ ਅਬਸ਼ਾਲੋਮ ਨੇ ਕਿਹਾ ਸੀ। ਤਦ ਰਾਜਾ ਨੇ ਅਬਸ਼ਾਲੋਮ ਨੂੰ ਆਪਣੇ ਕੋਲ ਸੱਦਿਆ। ਅਬਸ਼ਾਲੋਮ ਨੇ ਰਾਜਾ ਕੋਲ ਆ ਕੇ ਉਸ ਨੂੰ ਨਿਉ ਕੇ ਪ੍ਰਣਾਮ ਕੀਤਾ। ਰਾਜਾ ਨੇ ਅਬਸ਼ਾਲੋਮ ਨੂੰ ਜੱਫੀ ਵਿੱਚ ਲੈ ਕੇ ਚੁੰਮਿਆ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇੱਥੇ ਦੇਖਦੇ ਪਏ ਹਾਂ, ਤੇ ਬੇਸ਼ੱਕ ਉਹ ਆ ਗਿਆ ਸੀ, ਲੇਕਿਨ ਉਹ ਉਸਨੂੰ ਜਿਹੜੇ ਰਾਜ ਦੇ ਹਿੱਸੇ ਦੇ ਵਿੱਚ, ਕੈਬਨਿਟ ਦੇ ਵਿੱਚ, ਜਿਹੜੇ ਮੰਤਰੀਆਂ ਦੇ ਵਿੱਚ ਉਹ ਜਿਹੜਾ ਬਹਿੰਦੇ ਸੀਗੇ ਉਸਦੇ ਪੁੱਤਰ, ਉਹਦੇ ਵਿੱਚ ਕੋਈ ਜਗ੍ਹਾ ਨਹੀਂ ਦਿੱਤੀ ਗਈ। ਉਹ ਆਪਣੇ ਘਰ ਵਿੱਚ ਰਹਿੰਦਾ ਸੀਗਾ ਔਰ ਉੱਥੋਂ ਉਹ ਆਪਣੀ ਰੋਜ਼ ਦੀ ਜ਼ਿੰਦਗੀ ਜਿਉਂਦਾ ਸੀ। ਸੋ ਫਿਰ ਉਸਨੇ ਯੋਆਬ ਨੂੰ ਕਿਹਾ ਕਿ ਜੇ ਤੂੰ ਮੈਨੂੰ ਇੱਥੇ ਸੱਦਿਆ ਆ ਤੇ ਮੈਨੂੰ ਰਾਜਾ ਦੇ ਸਾਹਮਣੇ ਵੀ ਜਾਣ ਦੇ। ਸੋ ਇੱਥੋਂ ਉਹਨਾਂ ਨੇ ਇੱਕ ਨਵੀਂ ਚੀਜ਼ ਕੱਢੀ ਹੈ। ਯੋਆਬ ਨੂੰ ਉਸਨੇ 2 ਵਾਰੀ ਬੁਲਾਇਆ, ਉਹ ਨਹੀਂ ਆਇਆ। ਅਖੀਰ ਉਸਨੇ ਉਸਤੇ ਜੌਆਂ ਦੇ ਖੇਤ ਨੂੰ ਅੱਗ ਲਾਤੀ। ਸੋ ਹੁਣ ਯੋਆਬ ਨੂੰ ਰਾਜਾ ਕੋਲ ਜਾ ਕੇ ਦੱਸਣ ਦੇ ਲਈ ਕੁਛ ਹੈਗਾ। ਉਸਨੂੰ ਪਤਾ ਸੀਗਾ ਕਿ ਅਬਸ਼ਾਲੋਮ ਗੁੱਸੇ ਵਾਲਾ ਹੈ, ਉਸਨੇ ਕੁਛ ਨਾ ਕੁਛ ਤਾਂ ਕਰ ਦੇਣਾ। ਉਸਨੇ 2 ਵਾਰੀ ਯੋਆਬ ਨੂੰ ਬੁਲਾਇਆ, ਯੋਆਬ ਨਹੀਂ ਗਿਆ। ਉਸਨੇ ਫਿਰ ਬੁਲਾਇਆ, ਨਹੀਂ ਗਿਆ। ਆਖਰ ਜਿਸਲੇ ਉਸਨੇ ਉਹਦੇ ਖੇਤ ਨੂੰ ਅੱਗ ਲਾਤੀ ਤਾਂ ਫਿਰ ਯੋਆਬ ਗਿਆ। ਫਿਰ ਉਸਨੇ ਰਾਜਾ ਨੂੰ ਜਾ ਕੇ ਦੱਸਿਆ। ਉਹਨੂੰ ਪਤਾ ਕਿ ਰਾਜਾ ਨੇ ਭਰ ਦੇਣਾ, ਜੋ ਵੀ ਹਰਜਾਨਾ ਰਾਜਾ ਨੇ ਭਰ ਦੇਣਾ ਕਿ ਦੇਖ ਤੇਰਾ ਪੁੱਤਰ ਤੈਨੂੰ ਦੇਖਣਾ ਚਾਹੁੰਦਾ, ਉਹਨੇ ਮੇਰੇ ਜੌਂ, ਮੈਂ ਗਿਆ ਨਹੀਂ ਤੇ ਉਹਨੇ ਤੇ ਮੇਰੇ ਜੌਂ ਦੇ ਖੇਤ ਨੂੰ ਅੱਗ ਲਾਤੀ। ਨੁਕਸਾਨ ਤਾਂ ਉਹਦਾ ਕੁਛ ਵੀ ਨਹੀਂ ਸੀ ਹੋਣਾ, ਉਹ ਤਾਂ ਦਾਊਦ ਨੇ ਭਰ ਦੇਣਾ ਸੀਗਾ। ਸੋ ਅਖੀਰ ਦਾਊਦ ਨੇ ਉਸਨੂੰ ਸੱਦਿਆ, ਉਸਨੂੰ ਚੁੰਮਿਆ ਔਰ ਉਸਨੂੰ ਮੁੜ ਕੇ ਆਪਣੇ ਰਾਜ ਪ੍ਰਬੰਧ ਦੇ ਵਿੱਚ ਉਸਨੂੰ ਲੈ ਲਿਆ। ਸੋ ਆਓ ਹੁਣ ਅਸੀਂ ਅੱਗੇ ਦੇਖਣਾ ਕਿ ਹੁਣ ਉਹਦਾ ਪੁੱਤਰ ਉਸਦੇ ਵਿਰੋਧ ਦੇ ਵਿੱਚ ਜਾ ਰਿਹਾ। ਸੋ ਇੱਥੇ ਜਿਹੜੀ ਮੇਨ ਚੀਜ਼ ਆ, ਹੁਣ ਅਸੀਂ ਦੇਖਣਾ ਕਿ ਅਬਸ਼ਾਲੋਮ ਨੇ ਕਿਸ ਤਰ੍ਹਾਂ ਰਾਜਾ ਦਾਊਦ ਨੂੰ ਉਸਦੀ ਗੱਦੀ ਤੋਂ ਲਾਉਣ ਦੀ ਕੋਸ਼ਿਸ਼ ਕਰਨੀ ਆ। ਕਿਸ ਤਰ੍ਹਾਂ ਉਹ ਜਿਹੜੀ ਸਜ਼ਾ ਆ, ਜਿਹੜੀ ਉਸਨੇ ਕਹੀ ਕਿ ਤੂੰ ਤਾਂ ਇਹ ਸਭ ਕੁਝ ਲੁਕ ਛੁਪ ਕੇ ਕੀਤਾ, ਪਰ ਮੈਂ ਸਭ ਦੇ ਸਾਹਮਣੇ ਹਾਂ। ਸੋ ਆਓ 15ਵਾਂ ਭਾਵ ਔਰ ਉਸਦੀਆਂ ਪਹਿਲੀਆਂ 6 ਆਇਤਾਂ मैं पढ़ दें मास्टर जी। जी मेरे अबशालोम दा विद्रोह।
ਇਸ ਦੇ ਪਿੱਛੋਂ ਅਬਸ਼ਲੋਮ ਨੇ ਆਪਣੇ ਲਈ ਰਥ ਅਤੇ ਘੋੜੇ ਲਏ। ਉਸ ਨੇ ਆਪਣੇ ਅੱਗੇ ਦੌੜਨ ਲਈ 50 ਆਦਮੀ ਵੀ ਰੱਖੇ। ਉਹ ਹਰ ਸਵੇਰੇ ਤੜਕੇ ਉੱਠ ਕੇ ਸ਼ਹਿਰ ਦੇ ਫਾਟਕ ਉੱਤੇ ਜਾ ਕੇ ਖੜਾ ਹੋ ਜਾਂਦਾ ਸੀ। ਉਸ ਵੇਲੇ ਜੇਕਰ ਕੋਈ ਫਰਿਆਦੀ ਰਾਜਾ ਕੋਲ ਫਰਿਆਦ ਲੈ ਕੇ ਆਉਂਦਾ ਸੀ ਤਾਂ ਅਬਸ਼ਲੋਮ ਉਸਨੂੰ ਖੜਾ ਕਰਕੇ ਪੁੱਛਦਾ, ਤੂੰ ਕਿੱਥੋਂ ਆਇਆ ਹੈ ਤੇ ਤੇਰਾ ਕਬੀਲਾ ਕਿਹੜਾ ਹੈ? ਉਸ ਆਦਮੀ ਦਾ ਉੱਤਰ ਮਿਲ ਜਾਣ ਦੇ ਪਿੱਛੋਂ ਅਬਸ਼ਲੋਮ ਉਸਨੂੰ ਕਹਿੰਦਾ, ਕਾਨੂੰਨੀ ਤੌਰ ਤੇ ਤੂੰ ਠੀਕ ਹੈ, ਪਰ ਰਾਜਾ ਵੱਲੋਂ ਤੇਰੀ ਸੁਣਨ ਵਾਲਾ ਕੋਈ ਨਹੀਂ ਹੈ। ਫਿਰ ਅਬਸ਼ਲੋਮ ਅੱਗੇ ਕਹਿੰਦਾ, ਕਾਸ਼ ਕਿ ਮੈਂ ਨਿਆਂ ਅਧਿਕਾਰੀ ਹੁੰਦਾ ਤੇ ਲੋਕ ਮੇਰੇ ਕੋਲ ਆਪਣੀਆਂ ਫਰਿਆਦਾਂ ਲੈ ਕੇ ਆਉਂਦੇ ਅਤੇ ਮੈਂ ਉਹਨਾਂ ਨੂੰ ਨਿਆਂ ਦਿੰਦਾ। ਇਹ ਸੁਣ ਕੇ ਜਦੋਂ ਆਉਣ ਵਾਲਾ ਆਦਮੀ ਅਬਸ਼ਲੋਮ ਨੂੰ ਨਿਉ ਕੇ ਪ੍ਰਣਾਮ ਕਰਦਾ ਤਾਂ ਉਹ ਉਸ ਆਦਮੀ ਨੂੰ ਜੱਫੀ ਵਿੱਚ ਲੈ ਕੇ ਚੁੰਮਦਾ। ਅਬਸ਼ਲੋਮ ਨੇ ਇਸ ਤਰ੍ਹਾਂ ਦਾ ਵਰਤਾਓ ਉਹਨਾਂ ਸਭ ਇਸਰਾਈਲੀਆਂ ਨਾਲ ਕੀਤਾ ਜੋ ਰਾਜਾ ਕੋਲ ਨਿਆਂ ਲਈ ਆਏ, ਤੇ ਇਸ ਤਰ੍ਹਾਂ ਉਸਨੇ ਲੋਕਾਂ ਦੇ ਮਨ ਜਿੱਤ ਲਏ। ਉਸਨੂੰ ਪਤਾ ਹੈ ਕਿ ਬਾਪ ਬਿਜ਼ੀ ਆ, ਕਿਉਂਕਿ ਬਾਪ ਨੇ ਇੱਕ ਐਸੀ ਟੈਰੀਟਰੀ, ਇੱਕ ਐਸਾ ਦੇਸ਼ ਜਿਹੜਾ ਅਸੀਂ ਜਿਸਲੇ ਇਸ ਨੂੰ ਦੇਖਦੇ ਹਾਂ ਜਿਹੜਾ ਕਿ ਇਧਰੋਂ ਫਿਲਿਸਤੀਨੀ ਇੱਥੋਂ ਪੈਂਦੇ ਪਏ ਆ, ਇਧਰੋਂ ਮੋਆਬਾਈਟ ਆ ਜਿਹੜੇ ਇਧਰਲੇ ਪਾਸੇ, ਜਿਹੜੇ ਅਸੀਂ ਸੀਰੀਆ ਦੇ ਇਲਾਕੇ ਦੇ ਵਿੱਚ ਅਸੀਂ ਜਿਹੜੇ ਦੂਸਰੇ ਰਾਜੇ ਦੇਖਦੇ ਪਏ ਆ, ਇਹ ਸਾਰੇ ਜਿਹੜੇ ਰਾਜੇ ਉੱਥੇ ਰਾਜ ਕਰਦੇ ਪਏ ਆ ਔਰ ਇਹ ਸਾਰੇ ਹਮਲੇ ਕਰਦੇ ਪਏ ਆ। ਇੱਥੋਂ ਲੈ ਕੇ ਦਾਊਦ ਨੇ ਇਸ ਨੂੰ ਬੇਸਿਕਲੀ ਇਹ ਸਾਰੇ ਇਲਾਕੇ ਉਸਨੇ ਕੰਟਰੋਲ ਦੇ ਵਿੱਚ ਕਰ ਲਏ। ਸੋ ਦਾਊਦ ਬਿਜ਼ੀ ਆ, ਦਾਊਦ ਨੇ ਇਹ ਸਾਰੇ ਕੰਮਾਂ ਨੂੰ ਦੇਖਣਾ ਆ, ਤੇ ਜਿਸਲੇ ਲੋਕ ਆਪਣੀਆਂ ਫਰਿਆਦਾਂ ਲੈ ਕੇ ਆਉਂਦੇ ਆ ਤੇ ਦਾਊਦ ਦੇ ਕੋਲ ਇੰਨਾ ਸਮਾਂ ਹੈ ਨਹੀਂਗਾ ਕਿ ਉਹਨਾਂ ਦੀਆਂ ਫਰਿਆਦਾਂ ਨੂੰ ਸੁਣ ਸਕੇ, ਕਿਉਂਕਿ ਦਾਊਦ ਦੇ ਕੋਲ ਬਹੁਤ ਸਾਰੀਆਂ ਹੋਰ ਚੀਜ਼ਾਂ ਦੇਖਣ ਦੇ ਲਈ ਆ। ਸੋ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ। ਸੋ ਹੁਣ ਇਹ ਕੀ ਕਰਦਾ ਪਿਆ, ਉਹਦਾ ਪੁੱਤਰ ਕੀ ਕਰਦਾ ਪਿਆ? ਉਸਦੇ ਕੋਲ ਇੱਕ ਚਾਲ ਆ, ਉਸਨੂੰ ਪਤਾ ਆ ਕਿ ਜੇ ਇਹ ਦਾਊਦ ਨੇ ਨਿਆਂ ਤਾਂ ਦੇ ਦੇਣਾ ਹੈ, ਲੇਕਿਨ ਮਹੀਨਾ ਭਰ ਵੇਟ ਕਰਨੀ ਪੈਣੀ, ਇੰਤਜ਼ਾਰ ਕਰਨਾ ਪੈਣਾ। ਤੇ ਜੇ ਮੈਂ ਇਹਨਾਂ ਨੂੰ ਨਿਆਂ ਦੇਵਾਂ, ਮੈਂ ਵੀ ਰਾਜਾ ਦਾਊਦ ਦਾ ਪੁੱਤਰ ਆ, ਮੈਂ ਰਾਜਕੁਮਾਰ ਆ, ਮੇਰੀ ਵੀ ਗੱਲ ਉਸੇ ਤਰ੍ਹਾਂ ਮੰਨੀ ਜਾਣੀ, ਤਾਂ ਮੈਂ ਇਹਨਾਂ ਦੇ ਦਿਲ ਤੇ ਮਨ ਜਿੱਤ ਲੂੰਗਾ। ਸੋ ਉਸਨੇ ਇਸ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਔਰ ਦਾਊਦ ਦੇ ਲਈ ਇੱਕ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਦਾਊਦ ਨੇ ਬਤਸ਼ੀਬਾ ਨੂੰ ਹਾਸਲ ਕਰਨ ਦੇ ਲਈ ਜਾਲ ਵਿਛਾਇਆ, ਜਿਸ ਤਰ੍ਹਾਂ ਦਾਊਦ ਨੇ ਉਸਦੇ ਪਤੀ ਯੁਰਾਇਆ ਨੂੰ ਮਾਰਨ ਦੇ ਲਈ ਜਾਲ ਵਿਛਾਇਆ, ਦਾਊਦ ਨੇ ਆਪਣੇ ਪਾਪ ਨੂੰ ਛੁਪਾਉਣ ਦੇ ਲਈ ਜਾਲ ਵਿਛਾਇਆ, ਉਸੇ ਤਰ੍ਹਾਂ ਉਸਦਾ ਪੁੱਤਰ ਹੁਣ ਜਾਲ ਵਿਛਾਉਂਦਾ ਪਿਆ। ਲੇਕਿਨ ਉਸਨੂੰ ਪਤਾ ਨਹੀਂ ਕਿ ਉਸਦਾ ਬਾਪ ਹਮੇਸ਼ਾ ਪ੍ਰਭੂ ਕੋ ਜਾਣਦਾ, ਉਹ ਜਾਣਦਾ ਆ ਕੀ ਹੋ ਰਿਹਾ, ਉਹ ਜਾਣਦਾ ਬਹੁਤ ਸਾਰੀਆਂ ਚੀਜ਼ਾਂ, ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪ੍ਰਭੂ ਦੇ ਕੋਲ ਜਾ ਰਿਹਾ, ਉਹ ਲੋਕਾਂ ਦੇ ਕੋਲ ਨਹੀਂ ਜਾ ਰਿਹਾ। ਇਸ ਕਰਕੇ ਹੁਣ ਆਪਾਂ ਇੱਥੇ ਜ਼ਬੂਰ 64, ਅਗਰ ਤੁਸੀਂ ਮੇਰੇ ਨਾਲ ਪਹਿਲਾਂ ਸਟੱਡੀ ਕੀਤੀ ਆ ਤੇ ਇੱਥੇ ਸਾਰੇ ਜ਼ਬੂਰ ਆਉਂਦੇ ਆ। ਜ਼ਬੂਰ 64 ਇੱਥੇ ਆਉਂਦਾ ਔਰ ਫਿਰ ਅਸੀਂ ਅੱਗੇ ਜ਼ਬੂਰ 41 ਦੇਖਾਂਗੇ। ਸੋ ਆਓ 64 ਜ਼ਬੂਰ ਦੇਖੀਏ। ਭਜਨ 64 ਜਿਸ ਨੂੰ ਮਿਲ ਔਰ ਉਹ ਵੈਰੀ ਹੈ ਜਿਹੜੇ ਗੁਪਤ ਦੇ ਵਿੱਚ ਜਾਲ ਵਿਛਾਉਂਦੇ ਪਏ। ਸੋ ਦਾਊਦ ਦੀ ਫਰਿਆਦ, ਹਾਂਜੀ, ਜਿਸ ਨੂੰ ਗੁਪਤ ਵੈਰੀਆਂ ਤੋਂ ਛੁਟਕਾਰੇ ਲਈ ਪ੍ਰਾਰਥਨਾ। ਹੇ ਪਰਮੇਸ਼ਰ, ਦੁੱਖ ਸਮੇਂ ਮੇਰੀ ਪੁਕਾਰ ਸੁਣ ਅਤੇ ਮੈਨੂੰ ਮੇਰੇ ਵੈਰੀਆਂ ਦੇ ਡਰ ਤੋਂ ਬਚਾ। ਤੂੰ ਮੈਨੂੰ ਬੁਰੇ ਕੰਮ ਕਰਨ ਵਾਲਿਆਂ ਦੀਆਂ ਗੁਪਤ ਬੇਨਤਾਂ ਤੋਂ ਬਚਾ ਅਤੇ ਉਹਨਾਂ ਦੀਆਂ ਬੇਨਤਾਂ ਤੋਂ ਮੇਰੀ ਰੱਖਿਆ ਕਰ। ਉਹਨਾਂ ਦੀ ਜੀਭ ਤਲਵਾਰ ਦੀ ਤਰ੍ਹਾਂ ਚੱਲਦੀ ਹੈ ਤੇ ਉਹਨਾਂ ਦੇ ਬੋਲ ਜ਼ਹਿਰ ਹੁੱਜੇ ਤੀਰਾਂ ਵਾਂਗ ਹਨ। ਉਹ ਗੁਪਤ ਰੂਪ ਵਿੱਚ ਮਾਸੂਮ ਤੇ ਚਲਾਉਣ ਲਈ ਤਿਆਰ ਰਹਿੰਦੇ ਹਨ। ਉਹ ਅਚਾਨਕ ਡਰ ਹੋ ਕੇ ਉਸ ਤੇ ਛੱਡ ਦਿੰਦੇ ਹਨ। ਉਹ ਬੁਰੇ ਕੰਮ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ। ਉਹ ਦੂਜਿਆਂ ਲਈ ਜਾਨ ਬਚਾਉਣ ਦੀ ਤਾਕ ਵਿੱਚ ਰਹਿੰਦੇ ਹਨ।
ਉਹ ਕਹਿੰਦੇ ਹਨ, ਸਾਨੂੰ ਕੌਣ ਦੇਖ ਸਕਦਾ ਹੈ, ਸਾਡੇ ਅਪਰਾਧ ਕੌਣ ਜਾਣ ਸਕਦਾ ਹੈ। ਅਸੀਂ ਸੋਚ ਸਮਝ ਕੇ ਵਿਉਂਤ ਬਣਾਈ ਹੈ। ਮਨੁੱਖ ਦੇ ਅੰਤਕਰਨ ਤੇ ਦਿਲ ਦੇ ਵਿਚਾਰ ਡੂੰਘੇ ਹਨ, ਪਰ ਪਰਮੇਸ਼ਰ ਉਹਨਾਂ ਤੇ ਅਚਾਨਕ ਤੀਰ ਛੱਡਦਾ ਹੈ। ਉਹ ਜ਼ਖਮੀ ਹੋ ਜਾਂਦੇ ਹਨ। ਉਹਨਾਂ ਦੀ ਆਪਣੀ ਜੀਵ ਹੀ ਉਹਨਾਂ ਨੂੰ ਧੋਖਾ ਦੇਵੇਗੀ ਤੇ ਉਹਨਾਂ ਤੇ ਹਰ ਦੇਖਣ ਵਾਲਾ ਸਿਰ ਹਿਲਾਉਂਦਾ ਹੈ। ਤਦ ਸਭ ਮਨੁੱਖ ਡਰਨਗੇ, ਉਹ ਉਸਦੇ ਕੰਮ ਸਮਝ ਜਾਣਗੇ ਤੇ ਪਰਮੇਸ਼ਰ ਦੇ ਕੰਮਾਂ ਦੇ ਬਾਰੇ ਦੱਸਣਗੇ। ਭਲੇ ਲੋਕ ਪ੍ਰਭੂ ਤੋਂ ਖੁਸ਼ ਹੋਣਗੇ ਤੇ ਉਸਦੀ ਸ਼ਰਨ ਵਿੱਚ ਆਉਣਗੇ। ਸਭ ਸ਼ੁੱਧ ਮਨ ਵਾਲੇ ਪਰਮੇਸ਼ਰ ਦੀ ਮਹਿਮਾ ਕਰਨਗੇ। ਆਮੀਨ। ਸੋ ਦਾਊਦ ਨੂੰ ਇਹ ਚੀਜ਼ਾਂ ਪਹੁੰਚਦੀਆਂ ਪਈਆਂ ਕਿ ਤੇਰਾ ਪੁੱਤਰ ਕੀ ਕਰਦਾ ਪਿਆ। ਔਰ ਦਾਊਦ ਦੇ ਮਨ ਦੇ ਵਿੱਚ ਵੀ ਹੈਗਾ ਕਿ ਜੇ ਲੋਕਾਂ ਦੇ ਨਾਲ ਉਹ ਆਪਣਾ ਬਣਾਉਂਦਾ ਪਿਆ ਤੇ ਉਹਦੇ ਵਿੱਚ ਕੀ ਹੈ, ਪਰ ਉਸ ਨੂੰ ਦੱਸਿਆ ਜਾ ਰਿਹਾ ਕਿ ਨਹੀਂ, there is something wrong। ਲੇਕਿਨ ਉਹ ਉਸ ਸਾਰੀ ਚੀਜ਼ ਨੂੰ ਲੈ ਕੇ ਪ੍ਰਭੂ ਦੇ ਕੋਲ ਜਾ ਰਿਹਾ ਕਿ ਪ੍ਰਭੂ, ਇਹ ਜਿਹੜੇ ਮੇਰੇ ਲਈ ਜਾਲ ਵਿਛਾਉਂਦੇ ਪਏ ਆ, ਗੁਪਤ ਬੇਅੰਤਾਂ ਬਣਾਉਂਦੇ ਪਏ ਆ, ਇਹਨਾਂ ਨੂੰ ਤੂੰ ਹੀ ਸੰਭਾਲ, ਇਹਨਾਂ ਦੇ ਉੱਤੇ ਤੂੰ ਰਹਿਮ ਕਰ, ਇਹਨਾਂ ਦੇ ਉੱਤੇ ਤੂੰ ਆਪਣਾ ਹੱਥ ਕਰੜਾ ਕਰ। ਸੋ ਦਾਊਦ ਦੀਆਂ ਦੁਆਵਾਂ ਅਸੀਂ ਇੱਥੋਂ ਦੇਖਦੇ ਪਏ ਹਾਂ। ਸੋ ਹੁਣ 4 ਸਾਲ ਉਸਨੂੰ ਇਹੋ ਹੀ ਕੰਮ ਕਰਦੇ ਮਿਲੇ ਪਏ। 2 ਸਾਲ ਉਹ ਪਹਿਲਾਂ ਜਰੂਸਲਮ ਦੇ ਵਿੱਚ ਆਇਆ ਬਾਪ ਨੂੰ ਮਿਲਣ ਤੋਂ ਪਹਿਲਾਂ, ਉਸ ਤੋਂ ਬਾਅਦ ਅਗਲੇ 4 ਸਾਲ ਤੱਕ ਉਸਨੇ ਇਹ ਕੰਮ ਕੀਤੇ ਆ। ਐਂਡ ਦੈਟਸ ਐਵਰੀ ਡੇ। ਹਰ ਰੋਜ਼ ਉਹ ਆਪਣੇ ਰੱਥ ਦੇ ਉੱਤੇ ਜਾਂਦਾ ਔਰ ਜਿਹੜੇ ਦੂਸਰੇ ਰੱਥ, ਉਹਨਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਲੋਕਾਂ ਨੂੰ ਦੇਣ ਦੇ ਲਈ, ਔਰ ਇੱਕ ਰੱਥ ਦੇ ਉੱਤੇ ਉਹ ਆਪ ਬੈਠਾ ਹੈ ਜਿੱਥੇ ਲੋਕਾਂ ਦਾ ਉਹ ਨਿਆਂ ਕਰਦਾ ਪਿਆ, ਜਿੱਥੇ ਲੋਕਾਂ ਦਾ ਨਿਆਂ ਕਰਦਾ ਪਿਆ। ਸੋ ਆਓ ਅਸੀਂ 7 ਆਇਤ ਤੋਂ ਲੈ ਕੇ ਅਸੀਂ ਇਸ ਨੂੰ ਦੇਖੀਏ 12 ਆਇਤ ਤੱਕ। ਤਦ 4 ਸਾਲਾਂ ਦੇ ਪਿੱਛੋਂ ਅਬਸ਼ਲੋਮ ਨੇ ਰਾਜਾ ਦਾਊਦ ਨੂੰ ਕਿਹਾ, ਮਹਾਰਾਜ ਮੈਨੂੰ ਹੈਬਰੋਨ ਨੂੰ ਜਾਣ ਦੇਵੋ, ਕਿਉਂਕਿ ਮੈਂ ਉੱਥੇ ਪ੍ਰਭੂ ਅੱਗੇ ਸੁਖਣਾ ਸੁਖੀ ਹੈ ਹੋਈ ਪੂਰੀ ਕਰਨੀ ਹੈ। ਜਦੋਂ ਮੈਂ ਆਰਾਮ ਦੇ ਨਗਰ ਗਸੂਰ ਵਿੱਚ ਸਾਂ ਤਾਂ ਮੈਂ ਸੁਖਣਾ ਸੁਖੀ ਸੀ ਕਿ ਜੇਕਰ ਪ੍ਰਭੂ ਮੈਨੂੰ ਯਰੂਸ਼ਲਮ ਵਿੱਚ ਵਾਪਸ ਲੈ ਜਾਵੇਗਾ ਤਾਂ ਮੈਂ ਹੈਬਰੋਨ ਵਿੱਚ ਜਾ ਕੇ ਉਸਦੀ ਉਪਾਸਨਾ ਕਰਾਂਗਾ। ਰਾਜਾ ਨੇ ਉਸ ਨੂੰ ਉੱਤਰ ਦਿੱਤਾ, ਤੂੰ ਖੁਸ਼ੀ ਨਾਲ ਜਾ। ਸੋ ਅਬਸ਼ਲੋਮ ਹੈਬਰੋਨ ਨੂੰ ਚਲਾ ਗਿਆ, ਪਰ ਉਸਨੇ ਚੁੱਪਚਾਪ ਸੰਦੇਸ਼ਵਾਹਕ ਸਾਰੇ ਇਜ਼ਰਾਈਲੀ ਕਬੀਲਿਆਂ ਕੋਲ ਘੱਲੇ ਤੇ ਲੋਕਾਂ ਨੂੰ ਕਿਹਾ, ਜਦੋਂ ਤੁਸੀਂ ਬਿਗਲ ਦੀ ਆਵਾਜ਼ ਸੁਣੋ ਤਾਂ ਤੁਸੀਂ ਇਹ ਨਾਰਾ ਮਾਰਨਾ, ਹੈਬਰੋਨ ਵਿੱਚ ਅਬਸ਼ਲੋਮ ਰਾਜਗੱਦੀ ਉੱਤੇ ਬੈਠਾ ਹੈ। ਯਰੂਸ਼ਲਮ ਤੋਂ ਅਬਸ਼ਲੋਮ ਨਾਲ 200 ਆਦਮੀਆਂ ਨੂੰ ਸੱਦਾ ਦੇ ਕੇ ਲਿਆ, ਜਿਨ੍ਹਾਂ ਨੂੰ ਉਸ ਦੀ ਇਸ ਵਿਉਂਤ ਦਾ ਕੁਝ ਪਤਾ ਨਹੀਂ ਸੀ, ਇਸ ਲਈ ਉਹ ਬੇਤੜਕ ਹੋ ਕੇ ਉਸ ਦੇ ਨਾਲ ਹੋ ਚੱਲੇ। ਅਬਸ਼ਲੋਮ ਨੇ ਦਾਊਦ ਦੇ ਇੱਕ ਮੰਤਰੀ ਗਿਲੋਨੀ ਅਹੀਥੋਲਫ ਨੂੰ, ਜੋ ਗਲੋ ਸ਼ਹਿਰ ਦਾ ਰਹਿਣ ਵਾਲਾ ਸੀ, ਨੂੰ ਵੀ ਉਸ ਸਮੇਂ ਸੱਦ ਲਿਆ ਜਦੋਂ ਉਹ ਬਲੀ ਚੜਾਉਣ ਵਾਲਾ ਸੀ। ਇਸ ਤਰ੍ਹਾਂ ਉਸ ਦਾ ਗੁੱਟ ਵੱਧਦਾ ਗਿਆ ਤੇ ਉਸ ਦੀ ਵਿਉਂਤ ਪੱਕੀ ਹੁੰਦੀ ਗਈ। ਸੋ ਉਸਨੇ ਹੁਣ ਉਹ ਹੈਬਰੋਨ, ਜਿੱਥੇ ਸਭ ਤੋਂ ਪਹਿਲਾਂ ਦਾਊਦ ਜਿੱਥੇ ਰਾਜਗੱਦੀ ਤੇ ਬੈਠਾ ਸੀ, ਯਹੂਦਾ ਦੇ ਵਿੱਚ ਉਹ ਜਗ੍ਹਾ ਆ ਹੈਬਰੋਨ, ਉੱਥੇ ਜਾ ਕੇ ਹੁਣ ਉਸਨੇ ਸਾਰੀ ਚਾਲ ਚੱਲਣੀ ਸ਼ੁਰੂ ਕੀਤੀ। ਬਹੁਤ ਸਾਰੇ ਬੰਦੇ ਉਸਨੇ ਆਪਣੇ ਨਾਲ ਰਲਾ ਲਏ, ਬਹੁਤ ਸਾਰੇ ਬੰਦੇ ਪਸੰਦ ਕਰਦੇ ਪਏ। ਲੇਕਿਨ ਹੁਣ ਜੋ ਹੋ ਰਿਹਾ ਉਹ ਇਹ ਹੋ ਰਿਹਾ ਕਿ ਹੁਣ ਉਸਨੇ ਹਮਲੇ ਦੀ ਤਿਆਰੀ ਕਰ ਲਈ। ਸੋ ਇਹ ਅਸੀਂ ਦੇਖਣ ਜਾ ਰਹੇ ਹਾਂ ਦੂਸਰੀ ਸਿਵਲ ਵਾਰ ਜਿਹੜੀ ਹੋਣ ਜਾ ਰਹੀ ਹੈ, ਔਰ ਇਹ ਬਾਪ ਤੇ ਬੇਟੇ ਦੀ ਲੜਾਈ, ਇਹ ਕਬੀਲਿਆਂ ਦੀ ਲੜਾਈ ਨਹੀਂ, ਇਹ ਬਾਪ ਤੇ ਬੇਟੇ ਦੀ ਲੜਾਈ ਆ। ਜ਼ਬੂਰ 48 ਇੱਥੇ ਅਸੀਂ ਦੇਖਾਂਗੇ। ਜਿਸ ਨੂੰ ਮਿਲ ਤੁਹਾਨੂੰ ਮਨੁੱਖ ਹੈ ਜੋ ਗਰੀਬ ਦੀ ਦੇਖਭਾਲ ਕਰਦਾ ਹੈ, ਪ੍ਰਭੂ ਦੁੱਖ ਦੇ ਸਮੇਂ ਉਸ ਨੂੰ ਛੁਟਕਾਰਾ ਦੇਵੇਗਾ। ਪ੍ਰਭੂ ਉਸ ਦੀ ਰੱਖਿਆ ਕਰਦਾ ਹੈ, ਉਸ ਨੂੰ ਜਿਉਂਦਿਆਂ ਰੱਖਦਾ ਹੈ। ਹੇ ਪ੍ਰਭੂ, ਤੂੰ ਉਸ ਨੂੰ ਇਸ ਧਰਤੀ ਉੱਤੇ ਖੁਸ਼ ਰੱਖ, ਉਸ ਨੂੰ ਉਸਦੇ ਵੈਰੀ ਦੀ ਇੱਛਾ ਤੇ ਨਾ ਰਹਿਣ ਦੇ। ਪ੍ਰਭੂ ਉਸ ਦੀ ਬਿਮਾਰੀ ਸਮੇਂ ਮਦਦ ਕਰਦਾ ਹੈ, ਉਹ ਉਸ ਨੂੰ ਹਰ ਬਿਮਾਰੀ ਤੋਂ ਚੰਗਿਆ ਕਰਦਾ ਹੈ। ਮੈਂ ਕਿਹਾ, ਹੇ ਪ੍ਰਭੂ, ਮੇਰੇ ਉੱਤੇ ਦਇਆ ਕਰ, ਮੈਨੂੰ ਚੰਗਿਆ ਕਰ, ਕਿਉਂਕਿ ਮੈਂ ਤੇਰੇ ਵਿਰੁੱਧ ਪਾਪ ਕੀਤਾ ਹੈ।
ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਬੋਲਦੇ ਹਨ। ਉਹ ਕਹਿੰਦੇ ਹਨ, ਇਹ ਕਦੋਂ ਮਰੇਗਾ ਅਤੇ ਇਸ ਦਾ ਨਾਂ ਕਦੋਂ ਖਤਮ ਹੋਵੇਗਾ। ਜੋ ਮਨੁੱਖ ਮੈਨੂੰ ਦੇਖਣ ਆਉਂਦਾ ਹੈ ਉਹ ਵਿਅਰਥ ਗੱਲਾਂ ਕਰਦਾ ਹੈ। ਉਸ ਦੇ ਮਨ ਵਿੱਚ ਦੁਸ਼ਟਤਾ ਭਰੀ ਹੁੰਦੀ ਹੈ। ਉਹ ਬਾਹਰ ਜਾ ਕੇ ਇਸੇ ਸੰਬੰਧ ਵਿੱਚ ਗੱਲ ਕਰਦਾ ਹੈ। ਮੇਰੇ ਘਿਰਨਾ ਕਰਨ ਵਾਲੇ ਮੇਰੇ ਵਿਰੁੱਧ ਗੱਲਾਂ ਕਰਦੇ ਹਨ। ਉਹ ਮੇਰੇ ਬੁਰੇ ਬਾਰੇ ਸੋਚਾਂ ਸੋਚਦੇ ਹਨ। ਉਹ ਕਹਿੰਦੇ ਹਨ, ਉਸ ਨੂੰ ਭਿਅੰਕਰ ਰੋਗ ਲੱਗਾ ਹੈ। ਉਹ ਹੁਣ ਦੁਬਾਰਾ ਮੰਜੇ ਤੋਂ ਨਹੀਂ ਉੱਠ ਸਕੇਗਾ। ਇੱਥੋਂ ਤੱਕ ਕਿ ਮੇਰਾ ਜਿਗਰੀ ਦੋਸਤ ਵੀ, ਜਿਸ ਨੇ ਮੇਰੇ ਨਾਲ ਇੱਕੋ ਥਾਲੀ ਵਿੱਚ ਖਾਧਾ, ਮੇਰੇ ਵਿਰੁੱਧ ਉੱਠ ਖੜਾ ਹੋਇਆ ਹੈ। ਪਰ ਹੇ ਪ੍ਰਭੂ, ਤੂੰ ਮੇਰੇ ਤੇ ਕਿਰਪਾ ਕਰ। ਤੂੰ ਫਿਰ ਮੇਰੇ ਪੈਰਾਂ ਤੇ ਮੈਨੂੰ ਖੜਿਆਂ ਕਰ, ਤਾਂ ਮੈਂ ਆਪਣੇ ਵੈਰੀਆਂ ਨੂੰ ਮੂੰਹ ਤੋੜ ਉੱਤਰ ਦੇਵਾਂਗਾ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਤੂੰ ਮੇਰੇ ਤੇ ਖੁਸ਼ ਹੈ ਅਤੇ ਮੇਰਾ ਵੈਰੀ ਮੇਰੇ ਵਿਰੁੱਧ ਜਿੱਤ ਪ੍ਰਾਪਤ ਨਹੀਂ ਕਰ ਸਕੇਗਾ। ਤੂੰ ਮੇਰੀ ਨਿਰਦੋਸ਼ਤਾ ਦੇ ਕਾਰਨ ਮੈਨੂੰ ਸੰਭਾਲਦਾ ਹੈ ਅਤੇ ਆਪਣੇ ਸਾਹਮਣੇ ਹਮੇਸ਼ਾ ਮੈਨੂੰ ਰੱਖਦਾ ਹੈ। ਇਜ਼ਰਾਈਲ ਦਾ ਪਰਮੇਸ਼ਰ ਪ੍ਰਭੂ ਹਰ ਕਾਲ ਵਿੱਚ ਧਨ ਹੈ। ਆਮੀਨ ਆਮੀਨ। ਸੋ ਹੁਣ ਦਾਊਦ ਨੇ ਜਿਸ ਤਰ੍ਹਾਂ ਅਮਨੋਨ ਦੀ ਹਰੇਕ ਚੀਜ਼ ਨੂੰ, ਜੋ ਉਸਦੇ ਪਹਿਲੇ ਪੁੱਤਰ ਨੇ ਸਾਰੇ ਕੰਮ ਕੀਤੇ, ਉਹ ਉਹਨਾਂ ਨੂੰ ਪਿੱਛੇ ਪਾਉਂਦਾ ਚਲਾ ਗਿਆ। ਇੱਥੇ ਵੀ ਦਾਊਦ ਨੂੰ ਬਹੁਤ ਸਾਰੀਆਂ ਖਬਰਾਂ ਮਿਲਦੀਆਂ ਪਈਆਂ, ਕਿਉਂਕਿ ਜਿਹੜੇ ਹੰਢੇ ਹੋਏ ਮੰਤਰੀ ਹੁੰਦੇ ਆ, ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਕੀ ਚੱਲਦਾ ਪਿਆ। ਉਹਨਾਂ ਦੇ ਸਿਰ ਦੇ ਪਿੱਛੇ ਵੀ ਅੱਖਾਂ ਹੁੰਦੀਆਂ, ਉਹ ਸਭ ਕੁਝ ਦੇਖ ਰਹੇ ਹੁੰਦੇ ਆ। ਉਹ ਇਹ ਵੀ ਦੇਖ ਰਹੇ ਹੁੰਦੇ ਕਿ ਬੰਦਾ ਗੱਲ ਇਹ ਕਰਦਾ ਪਿਆ ਤੇ ਇਹਦੀ ਗੱਲ ਦੇ ਵਿੱਚ ਕੀ ਗੱਲ, ਇਹ ਕਿਉਂ ਗਿਆ। ਇਹ ਸਾਰੀਆਂ ਚੀਜ਼ਾਂ ਦਾਊਦ ਦੇ ਕੋਲ ਪਹੁੰਚਦੀਆਂ ਪਈਆਂ। ਲੇਕਿਨ ਹੁਣ ਦਾਊਦ ਦੀ ਉਮਰ ਵੀ ਵੱਡੀ ਹੁੰਦੀ ਜਾਂਦੀ ਪਈ ਹੈ। ਉਹ ਇਸ ਨੂੰ ਇਹ ਦੇਖਦਾ ਪਿਆ ਕਿ ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ, ਪਰ ਉਹ ਇਹ ਨਹੀਂ ਦੇਖਦਾ ਪਿਆ। ਉਹ ਇਹ ਸੋਚਦਾ ਪਿਆ ਕਿ ਇਹ ਮੇਰੇ ਤੋਂ ਬਾਅਦ ਰਾਜਾ ਬਣਨਾ ਮੰਗਦਾ। ਪਰ ਦਾਊਦ ਨੂੰ ਇਹ ਨਹੀਂ ਪਤਾ ਕਿ ਉਹ ਦਾਊਦ ਤੇ ਹਮਲਾ ਕਰਕੇ ਰਾਜਾ ਬਣਨਾ ਮੰਗਦਾ, ਉਹ ਆਪਣੇ ਬਾਪ ਨੂੰ ਮਾਰ ਕੇ ਰਾਜਾ ਬਣਨਾ ਮੰਗਦਾ। ਇਹ ਚੀਜ਼ ਦਾ ਦਾਊਦ ਨੂੰ ਨਹੀਂ ਪਤਾ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਜਿਹੜਾ ਪਹਿਲਾ ਪੁੱਤਰ ਸੀ ਉਸਦਾ, ਪ੍ਰਭੂ ਨੇ, ਉਸਨੇ ਦਾਊਦ ਨੇ ਆਪਣੇ ਆਪ ਨੂੰ ਜਿਹੜੀ ਸਜ਼ਾ ਦਿੱਤੀ ਸੀ ਕਿ ਜਿਸਨੇ ਵੀ ਇਹ ਕੀਤਾ, ਜਿਹੜਾ ਵੀ ਇਹ ਆਦਮੀ ਜਿਸਨੇ ਇਹ ਗੁਨਾਹ ਕੀਤਾ, ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਯਾਨੀ ਕਿ ਇੱਕ ਲੇਲੇ ਦੇ ਲਈ ਮੌਤ ਦੀ ਸਜ਼ਾ। ਦੂਸਰੀ ਚੀਜ਼ ਦਾਊਦ ਨੇ ਕਹੀ ਕਿ ਉਸ ਤੋਂ 4 ਗੁਣਾ ਲੈ ਕੇ ਉਸ ਗਰੀਬ ਨੂੰ ਦਿੱਤਾ ਜਾਏ। ਲੇਕਿਨ ਪ੍ਰਭੂ ਨੇ ਦਇਆ ਕੀਤੀ। ਉਸਨੇ ਉਹ ਮੌਤ ਦੀ ਸਜ਼ਾ ਜਿਹੜੀ ਸੀ ਉਹ ਟੇਬਲ ਤੋਂ ਹਟਾ ਦਿੱਤੀ। ਪਰ ਜਿਹੜਾ ਉਸਨੇ 4 ਗੁਣਾ ਕਿਹਾ ਸੀ, ਜੋ ਕਿ ਗਿਣਤੀ ਦੇਖੀਏ ਤਾਂ ਆਲਮੋਸਟ 200 ਉਹਦੇ ਘਰ ਦੇ ਮੈਂਬਰ ਬਣਦੇ ਸੀ, ਪ੍ਰਭੂ ਨੇ ਉਹ ਵੀ ਘਟਾ ਕੇ 4 ਕਰ ਦਿੱਤੇ। ਸੋ ਉਸਦਾ ਪਹਿਲਾ ਬੱਚਾ ਜਿਹੜਾ ਬੈਤਸ਼ੀਬਾ ਤੋਂ ਪੈਦਾ ਹੋਇਆ, ਉਹ ਮਰ ਗਿਆ। ਉਸ ਤੋਂ ਬਾਅਦ ਜਿਹੜੀ ਉਸਦੀ ਧੀ ਤਮਾਰ ਆ, ਉਹ ਜਿਉਂਦੀ ਮਰ ਗਈ। ਅਮਨੋਨ ਮਰ ਗਿਆ ਔਰ ਜਿਉਂਦੇ ਜੀ ਮਰ ਗਏ। ਅਬਸ਼ਾਲੋਮ ਉਹਦੇ ਤੇ ਜਾੜ ਜਿਸ ਤਰ੍ਹਾਂ ਦਾਊਦ ਨੇ ਚਾਹੀ ਸੀ। ਪ੍ਰਭੂ ਇਹ ਹੋ ਲੈਣ ਦੇ ਉੱਤੇ ਜਿਸ ਤੇ ਦਾਊਦ ਥੇ ਇਹਨਾਂ ਅੱਖਾਂ ਖੋਲ ਕੇ ਨਹੀਂ ਚੱਲ ਜੋ ਦਾਊਦ ਆਪਣੇ ਆਪ ਨੂੰ ਸਜ਼ਾ ਪ੍ਰਭੂ ਨੇ ਉਹ ਸਜ਼ਾ ਲੇਕਿਨ ਇਜ਼ਰਾइल ਨੂੰ ਇਸ ਚੀਜ਼ ਦਾ ਪਤਾ ਲੱਗੇ ਕਿ ਪ੍ਰਭੂ ਨੇ ਬੋਲਿਆ। ਅੱਗੇ ਦੇਖਾਂਗੇ ਕਿਸ ਤਰ੍ਹਾਂ ਦੌੜਨਾ ਪਿਆ,
ਔਰ ਕਿਸ ਤਰ੍ਹਾਂ ਉਸਦਾ ਅਬਸ਼ਲੋਮ ਜਿਸਨੂੰ ਉਹ ਬਹੁਤ ਪਿਆਰ ਸੀ ਉਹ ਵੀ ਮਾਰਿਆ ਗਿਆ। ਪਿਆਰੇ ਪ੍ਰਭੂ ਤੇਰਾ ਸ਼ੁਕਰ ਕਰਦੇ ਹਾਂ ਤੇਰੇ ਵਚਨ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਜੋ ਖੁਦਾਵੰਦ ਅੱਜ ਦੇ ਦਿਨ ਦੇ ਲਈ ਵੀ ਉਸੇ ਤਰ੍ਹਾਂ ਰੈਲੇਵੈਂਟ, ਉਸੇ ਤਰ੍ਹਾਂ ਸਾਡੇ ਲਈ ਆ ਜਿਸ ਤਰ੍ਹਾਂ ਪ੍ਰਭੂ ਜੀ ਵਚਨ ਦੇ ਵਿੱਚ। ਇਸ ਵਚਨ ਦੇ ਵਿੱਚ ਅਸੀਂ ਜੀਵਨਾਂ ਦੇ ਬਾਰੇ ਪੜ੍ਹਦੇ ਪਏ, ਤੇਰੇ ਲੋਕਾਂ ਦੇ ਬਾਰੇ ਪੜ੍ਹਦੇ ਪਏ ਹਾਂ ਔਰ ਦੇਖਦੇ ਪਏ ਹਾਂ ਕਿ 2000 ਸਾਲ ਪਹਿਲਾਂ ਪ੍ਰਭੂ ਮਸੀਹ ਦੇ ਆਉਣ ਤੋਂ ਪਹਿਲਾਂ ਕਿੱਦਾਂ ਪ੍ਰਭੂ ਆਪਣੇ ਲੋਕਾਂ ਦੇ ਨਾਲ ਚੱਲੇ, 1500 ਸਾਲ ਪਹਿਲਾਂ ਕਿੱਦਾਂ ਆਪਣੇ ਲੋਕਾਂ ਦੇ ਨਾਲ ਚੱਲੇ ਔਰ ਕਿਹੜੀ ਹਾਲਤ ਔਰ ਹਾਲਾਤਾਂ ਦੇ ਵਿੱਚ ਚੱਲਿਆ। ਉਹੀ ਪ੍ਰਭੂ ਅੱਜ ਸਾਡੇ ਨਾਲ ਚੱਲਦਾ, ਇਸ ਸਮੇਂ ਦੇ ਵਿੱਚ ਚੱਲਦਾ। ਪਿਆਰੇ ਪ੍ਰਭੂ ਇਸ ਦੇ ਲਈ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ। ਆਪਣੇ ਬੱਚਿਆਂ ਦੇ ਪ੍ਰਭੂ ਜੀ ਤੂੰ ਅੱਗੇ ਪਿੱਛੇ ਸੱਜੇ ਖੱਬੇ ਉੱਪਰ ਔਰ ਪੈਰਾਂ ਦੇ ਥੱਲੇ ਔਰ ਅੰਦਰ ਸੱਤੇ ਪਾਸੇ ਪ੍ਰਭੂ ਜੀ ਤੇਰੀ ਰਹਿਮ, ਤੇਰੀ ਦਇਆ, ਤੇਰੀ ਰਾਖੀ ਖੁਦਾਵੰਦ ਬਣ ਜਾਏ। ਅੰਤ ਕਰਨ ਦੇ ਵਿੱਚ ਸ਼ਾਂਤੀ, ਆਰਾਮ ਪ੍ਰਭੂ ਜੀ ਦੇ ਕੇ ਰੱਖੇ ਔਰ ਸਵਰਗ ਤੋਂ ਆਪਣੀ ਨਿਗਾਹਬਾਨੀ ਸਾਡੇ ਤੇ ਰੱਖੇ। ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਮਸੀਹ ਯਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਔਰ ਸਾਰੇ ਭੈਣ ਭਰਾ ਕੇ ਬਲੈਸ ਯੂ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਇਸ ਤੋਂ ਅੱਗੇ ਚੱਲ